ਦੋਸਤੋ ਅਮਰੀਕਾ ਦੇ ਫੈਮਿਲੀ ਇਮੀਗ੍ਰੇਸ਼ਨ ਵੀਜ਼ੇ ਹਰ ਰੋਜ਼ ਰਿਫਿਊਜ਼ ਹੋ ਰਹੇ ਨੇ। ਇੱਕ ਨਵਾਂ ਟ੍ਰੈਂਡ ਹੈ ਔਰ ਵਜ੍ਹਾ ਕੀ ਬਣ ਰਹੀ ਹੈ? ਪਬਲਿਕ ਚਾਰਜ I-864। ਮੇਰੇ ਕੋਲੋਂ ਤੇ ਐਸੇ ਕੇਸ ਵੀ ਆਏ ਨੇ ਜਿਨ੍ਹਾਂ ਦੇ ਸਪਾਂਸਰ ਦੀ ਇਨਕਮ $1 ਲੱਖ ਤੋਂ ਵੀ ਕਿੰਨੀ ਉੱਤੇ ਵੇ, ਲੇਕਿਨ ਨਹੀਂ, ਫਿਰ ਉਹਨਾਂ ਦਾ ਰਿਫਿਊਜ਼ ਹੋਈ ਜਾ ਰਿਹਾ ਹੈ। ਅੱਜ ਮੇਰੇ ਕੋਲ ਇੱਕ ਦੋਸਤ ਨੇ ਇੱਕ ਆਪਣਾ ਰਿਫਿਊਜ਼ਲ ਲੈਟਰ ਦਿਖਾਇਆ ਜਿਨ੍ਹਾਂ ਦਾ ਰਿਫਿਊਜ਼ ਹੋਇਆ। ਉਹ ਮੈਂ ਉਹਨਾਂ ਦਾ ਕੋਈ ਸਵਾਲ ਸੀ, ਪੜ੍ਹਦੇ ਪੜ੍ਹਦੇ ਮੇਰੀ ਨਜ਼ਰ ਇੱਕ ਲਾਈਨ ਤੇ ਗਈ ਹੈ। ਉਹ ਕੀ ਲਿਖਿਆ ਹੈ ਕਿ ਪਲੀਜ਼ ਰਿਵਿਊ INA-212A ਪਬਲਿਕ ਚਾਰਜ। ਹੁਣ ਉਹ ਕਹਿ ਰਿਹਾ ਕਿ ਇਹਨੂੰ ਜ਼ਰਾ ਰਿਵਿਊ ਵੀ ਕਰ ਲੈਣਾ। ਤੁਹਾਨੂੰ ਕਹਿੰਦਾ ਨਾ ਜਦੋਂ ਇਹ ਡਾਕੂਮੈਂਟਸ ਭੇਜੋ ਨਾਲ ਕਹਿੰਦਾ ਇਹਨੂੰ ਵੀ ਜ਼ਰਾ ਰਿਵਿਊ ਕਰ ਲੈਣਾ। ਮੈਂ ਉਹਨੂੰ ਖੋਲ੍ਹਿਆ ਤੇ ਫਿਰ ਉਹਦੇ ਵਿੱਚੋਂ ਨਿਕਲੀਆਂ ਨੇ ਨਵੀਆਂ ਚੀਜ਼ਾਂ ਜਿਹੜੀਆਂ ਅੱਜ ਮੈਂ ਤੁਹਾਨੂੰ ਦੱਸਾਂਗਾ ਕੀ ਵਜ੍ਹਾ ਕੀ ਬਣ ਰਹੀ, ਕੀ ਮਸਲੇ ਬਣ ਰਹੇ ਨੇ। ਅਸੀਂ ਸਿਰਫ ਇਨਕਮ ਲੈ ਕੇ ਬੈਠੇ ਹਾਂ। ਤੇ ਦੋਸਤੋ 1996 ਦੇ ਵਿੱਚ ਇਹਨਾਂ ਨੇ ਨਵੀਆਂ ਗਾਈਡਲਾਈਨ ਸਟੇਟ ਡਿਪਾਰਟਮੈਂਟ ਨੇ ਦਿੱਤੀਆਂ ਸਨ ਕਿ ਬਈ ਇਹ ਤਰੀਕਾਕਾਰ ਹੈ, ਇਹਦੇ ਮੁਤਾਬਕ ਤੁਸੀਂ ਪਬਲਿਕ ਚਾਰਜ ਦਾ ਕਾਨੂੰਨ ਦੇਖਣਾ ਜਦੋਂ ਤੁਸੀਂ ਇੰਟਰਵਿਊ ਕਰਨਾ ਹੈ। ਇਹ ਕਿਹਨੂੰ ਕਿਹਾ ਗਿਆ ਸੀ? ਵੀਜ਼ਾ ਅਫਸਰ ਨੂੰ। 30 ਸਾਲ ਹੋ ਗਏ ਨੇ, ਕੋਈ ਤਬਦੀਲੀ ਨਹੀਂ ਆਈ। ਸੇਮ ਉਹੀ ਜਿਹੜੀਆਂ ਗਾਈਡਲਾਈਨ ਸਨ, ਉਹੀ ਚੀਜ਼ਾਂ ਅੱਜ ਦੀ ਤਾਰੀਖ 'ਚ ਵੀ ਉਹਨਾਂ ਨੇ ਉਹੀ ਦੇਖਣੀਆਂ ਨੇ। ਕੋਈ ਤਬਦੀਲੀ ਨਹੀਂ। ਇਸ ਗੱਲ 'ਤੇ ਯਕੀਨ ਨਾ ਕਰਨਾ ਕਿ ਜੋ ਬੜੀਆਂ ਤਬਦੀਲੀਆਂ ਆ ਗਈਆਂ, ਨਹੀਂ, ਕੋਈ ਤਬਦੀਲੀ ਨਹੀਂ ਆਈ। ਹੋਇਆ ਕੀ ਹੈ ਕਿ ਫਰਵਰੀ 2026 ਦੇ ਵਿੱਚ ਇਹਨਾਂ ਨੇ ਫੈਸਲਾ ਕੀਤਾ ਕਿ ਹੁਣ ਅਸੀਂ ਇਹਨੂੰ ਸਖਤੀ ਨਾਲ ਇੰਪਲੀਮੈਂਟ ਕਰਨਾ ਹੈ। ਇੰਪਲੀਮੈਂਟ ਤਾਂ ਪਹਿਲਾਂ ਹੀ ਹੋ ਰਹੀਆਂ ਨੇ, ਲੇਕਿਨ ਸਖਤੀ ਕਰਨੀ ਹੈ ਦੇ ਉੱਤੇ। ਉਹਦੀ ਹੀ ਇੱਕ ਚੀਜ਼ ਵੀਜ਼ਾ ਪਾਸ ਵੀ, ਜਿਹੜਾ ਮੈਂ ਅੱਗੇ ਜਾ ਕੇ ਤੁਹਾਨੂੰ ਦੱਸਣਾ ਵੀਜ਼ਾ ਪਾਸ ਦੇ ਮੁਤਲਕ ਵੀ। ਤੇ ਦੋਸਤੋ ਉਹ ਫਿਰ ਫਰਵਰੀ ਦੇ ਵਿੱਚ ਉਹਨਾਂ ਦੇ ਉੱਤੇ ਸਖਤੀ ਸ਼ੁਰੂ ਹੋ ਗਈ, ਜਿਹਦੀ ਵਜ੍ਹਾ ਨਾਲ ਵੀਜ਼ੇ ਰਿਫਿਊਜ਼ ਹੋ ਰਹੇ ਨੇ। ਹੁਣ ਉਹ ਕੀ ਚੀਜ਼ਾਂ ਨੇ ਉਹ ਜ਼ਰਾ ਸੁਣ ਲਓ। ਵੀਜ਼ਾ ਅਫਸਰ ਨੂੰ ਕਿਹਾ ਗਿਆ ਉਸ ਗਾਈਡਲਾਈਨ ਜਿਹੜੀਆਂ ਮੈਂ ਅੱਜ ਪੂਰੀ ਡਿਟੇਲ ਨਾਲ ਪੜ੍ਹੀਆਂ ਨੇ ਸਟੇਟ ਡਿਪਾਰਟਮੈਂਟ ਦੀ, ਏਜ ਦੇਖਣੀ ਹੈ। ਏਜ ਕਿਉਂ ਦੇਖਣੀ ਹੈ? ਕਿ ਵੀ ਜਿਹੜੇ ਲੋਕ ਆ ਰਹੇ ਨੇ ਬੈਨੀਫਿਸ਼ਰੀ ਅਮਰੀਕਾ, ਉਹਨਾਂ 'ਚ ਬੱਚੇ ਕਿੰਨੇ ਨੇ ਔਰ ਵੱਡੀ ਉਮਰ ਦੇ ਲੋਕ ਬੁੱਢੇ ਕਿੰਨੇ ਨੇ। ਕਿਉਂਕਿ ਅਗਰ ਬੱਚੇ ਹੋਣਗੇ ਜ਼ਿਆਦਾ ਔਰ ਵੱਡੀ ਉਮਰ ਦੇ ਬੰਦੇ ਹੋਣਗੇ ਤੇ ਉਹ ਡਿਪੈਂਡੈਂਟ ਹੋਣਗੇ। ਉਹ ਆ ਕੇ ਪਬਲਿਕ ਚਾਰਜ ਤੇ ਜਾਣ ਦੇ ਉਹਨਾਂ ਦੇ ਚਾਂਸਿਸ ਜ਼ਿਆਦਾ ਨੇ, ਕਿਉਂਕਿ ਉਹ ਤਾਂ ਕੋਈ ਕਮਾਈ ਨਹੀਂ ਕਰ ਸਕਦੇ। ਹੋ ਸਕਦਾ ਹੈ ਕਿ ਬਜ਼ੁਰਗ ਹੋਣ, ਉਹਨਾਂ ਦੇ ਕੋਈ ਛੋਟੇ ਛੋਟੇ ਬੱਚੇ ਹੋਣ, ਜਾਂ ਬਜ਼ੁਰਗ ਨਾਲ ਆ ਰਹੇ ਨੇ ਔਰ ਜਨਾਬੇ ਆਲਾ ਆਪਣਾ ਬੱਚੇ ਛੋਟੇ ਨੇ ਔਰ ਉਹ ਕੰਮ ਨਹੀਂ ਕਰ ਸਕਦੇ, ਤੇ ਫਿਰ ਕੀ ਬਣੇਗਾ? ਮਸਲਾ ਬਣ ਗਿਆ ਨਾ, ਉਹ ਪਬਲਿਕ ਚਾਰਜ ਤੇ ਜਾਣਗੇ। ਦੂਜੀ ਚੀਜ਼ ਉਹਨੇ ਕਿਹਾ ਕਿ ਇਹਨਾਂ ਦੀ ਹੈਲਥ ਦੇਖਣੀ ਹੈ ਕਿ ਆ ਕੇ ਕਿਧਰੇ ਸਾਡੇ ਹੈਲਥ ਸਿਸਟਮ ਦੇ ਉੱਤੇ ਡਿਪੈਂਡ ਤੇ ਨਹੀਂ ਕਰਨਗੇ। ਇਹਨਾਂ ਨੂੰ ਕੋਈ ਐਸੀ ਬਿਮਾਰੀ, ਐਸਾ ਮਸਲਾ ਤੇ ਨਹੀਂ ਕਿ ਜਿਹੜਾ ਕੰਟੀਨਿਊ ਚੱਲਣਾ ਹੈ ਔਰ ਇਹਨਾਂ ਨੂੰ ਮੁਸਲਸਲ ਦਵਾਈ ਦੀ ਜ਼ਰੂਰਤ ਹੈ। ਔਰ ਇਹਦਾ ਫੈਸਲਾ ਤੂੰ ਕਰਨਾ ਹੈ ਉਸ ਡਾਕਟਰ ਦੀ ਰਿਪੋਰਟ ਤੇ ਜਿੱਥੋਂ ਇਹ ਮੈਡੀਕਲ ਕਰਾ ਕੇ ਲੈ ਕੇ ਆਣਗੇ। ਤੀਸਰੀ ਚੀਜ਼ ਉਹ ਕਹਿੰਦਾ ਹੈ ਕਿ ਤੂੰ ਇਹਨਾਂ ਦਾ ਫੈਮਿਲੀ ਸਟੇਟਸ ਦੇਖਣਾ ਹੈ। ਫੈਮਿਲੀ ਸਟੇਟਸ ਹੁਣ ਕੀ ਹੈ ਕਿ ਬਈ ਇਹ ਕਿੰਨੇ ਬੰਦੇ ਆ ਰਹੇ ਨੇ? ਇਹ 6 ਬੰਦੇ ਆ ਰਹੇ ਨੇ, 5 ਆ ਰਹੇ ਨੇ, 5 ਚੋਂ ਡਿਪੈਂਡੈਂਟ ਕਿੰਨੇ ਨੇ? ਇਹ ਨਹੀਂ ਮਤਲਬ 6 ਬੰਦਿਆਂ ਦੀ ਫੈਮਿਲੀ ਆ ਰਹੀ ਹੈ, 4 ਬੱਚੇ ਨੇ, 2 ਮੀਆਂ ਬੀਵੀ ਨੇ, ਬੀਵੀ ਵੀ ਕੰਮ ਨਹੀਂ ਕਰਦੀ, ਇੱਕ ਬੰਦਾ ਕਮਾਉਣ ਵਾਲਾ, 5 ਬੰਦੇ ਖਾਣ ਵਾਲੇ। ਤੇ ਕੀ ਬਣੇਗਾ? ਇਹ ਤੇ ਜਾਣਗੇ ਪਬਲਿਕ ਚਾਰਜ। ਇਹਦਾ ਅਗਲਾ ਜਿਹੜਾ ਪੁਆਇੰਟ ਹੈ ਉਹ ਇਸ ਤੋਂ ਜ਼ਿਆਦਾ ਰਿਲੇਟਿਡ ਹੈ। ਉਸ ਤੋਂ ਬਾਅਦ ਉਹ ਕਹਿੰਦਾ ਹੈ ਕਿ ਜਿਹੜਾ ਇਹਨਾਂ ਨੂੰ ਮੰਗਵਾਉਣ ਵਾਲਾ ਹੈ, ਜਿਹੜਾ ਸਪਾਂਸਰ ਹੈ, ਉਹਦੀ ਵੀ ਕੋਈ 4-5 ਬੰਦਿਆਂ ਦੀ ਫੈਮਿਲੀ ਹੈ। ਹੁਣ ਇਹ 'ਚ ਕਮਾਉਣ ਵਾਲਾ ਫਿਲਹਾਲ ਸਪਾਂਸਰ ਹੈ, ਬਾਕੀ ਸਾਰੇ ਡਿਪੈਂਡੈਂਟ ਨੇ। ਨਵਾਂ ਬੰਦਾ ਜਿਹੜਾ ਆਏਗਾ ਉਹ ਕਮਾਏਗਾ, ਉਹ ਤੋਂ ਬਾਅਦ ਦੀ ਗੱਲ ਹੈ, ਲੇਕਿਨ ਚਾਂਸਿਸ ਨੇ ਕਿ ਪਬਲਿਕ ਚਾਰਜ ਤੇ ਜਾਣਗੇ। ਫੈਮਿਲੀ ਸਟੇਟਸ ਇਹਦਾ ਨਾਂ ਹੈ। ਚੌਥੀ ਚੀਜ਼ ਉਹ ਕਹਿੰਦਾ ਕਿ ਤੂੰ ਇਹਦੇ 'ਚ ਦੇਖਣਾ ਕਿ ਇਹਨਾਂ ਦੀ ਤਾਲੀਮ ਕਿੰਨੀ ਹੈ, ਇਹਨਾਂ ਕੋਲ ਹੁਨਰ ਕੀ ਹੈ। ਇਹ ਬਹੁਤ ਇੰਪੋਰਟੈਂਟ ਚੀਜ਼ ਹੈ। ਸਭ ਤੋਂ ਇੰਪੋਰਟੈਂਟ ਚੀਜ਼ ਮੈਨੂੰ ਇਹ ਲੱਗਦੀ ਹੈ ਕਿ ਇਹਨਾਂ ਦੀ ਇੰਨੀ ਤਾਲੀਮ ਹੈ ਕਿ ਆ ਕੇ ਇੱਥੇ ਨੌਕਰੀ ਸ਼ੁਰੂ ਕਰ ਦੇਣਗੇ। ਇਹਨਾਂ ਕੋਲ ਕੋਈ ਹੁਨਰ ਹੈ ਕਿ ਆਪਣੇ ਉਹ ਹੁਨਰ ਦਾ ਇਸਤੇਮਾਲ ਕਰਕੇ ਤੇ ਇਹ ਆਪਣੇ ਪੈਸੇ ਕਮਾਉਣਗੇ। ਅਗਰ ਇਹਨਾਂ ਕੋਲ ਤਾਲੀਮ ਨਹੀਂ, ਹੁਨਰ ਨਹੀਂ, ਤੇ ਕੀ ਮਤਲਬ ਹੈ ਇਹਦਾ? ਇਹ ਪਬਲਿਕ ਚਾਰਜ ਤੇ ਜਾਣਗੇ। ਇਹ ਫਿਰ ਜਨਾਬ ਜਾ ਕੇ ਵੈਲਫੇਅਰ ਲੈਣਗੇ, ਕਿਉਂਕਿ ਫਿਰ ਐਸੀਆਂ ਜੋਬਾਂ, ਔਰ ਜੋਬਾਂ ਕਰਨਗੇ ਜਿਨ੍ਹਾਂ 'ਚ ਇੰਨੀ ਆਮਦਨੀ ਨਹੀਂ, ਫੈਮਿਲੀ ਨਾਲ ਹੈ, ਤੇ ਫਿਰ ਇਹਨਾਂ ਨੂੰ ਉੱਧਰ ਜਾਣਾ ਪਏਗਾ। ਨਾਲ ਹੀ ਇੱਕ ਬੜੀ ਇੰਪੋਰਟੈਂਟ ਗੱਲ ਐਸੇ ਗਾਈਡਲਾਈਨ 'ਚ ਕਹਿੰਦਾ ਹੈ ਕਿ ਤੂੰ ਇਹ ਸਾਰੀਆਂ ਚੀਜ਼ਾਂ ਦੇਖ ਕੇ ਫੈਸਲਾ ਕਰਨਾ ਹੈ, ਇੱਕ ਚੀਜ਼ ਤੇ ਫੈਸਲਾ ਨਹੀਂ ਕਰਨਾ। ਇਹਦੇ 'ਚ ਉਹ ਕਹਿੰਦਾ ਕਿ ਬੁਨਿਆਦੀ ਚੀਜ਼ ਤੂੰ ਕੀ ਰੱਖਣੀ ਹੈ? ਇਨਕਮ I-864 ਫਰਾਡ ਵਾਲਾ ਨਾ ਹੋਵੇ, ਸਹੀ I-864 ਹੋਵੇ, ਉਹਦੇ ਨਾਲ ਡਾਕੂਮੈਂਟਸ ਲੱਗੇ ਹੋਣ, ਹਰ ਚੀਜ਼ ਪੂਰੀ ਹੋਵੇ। ਉਹਦੇ ਬਗੈਰ ਤੇ ਅਗਲੀਆਂ ਚੀਜ਼ਾਂ ਦੇਖਣ ਦੀ ਜ਼ਰੂਰਤ ਹੀ ਨਹੀਂ ਪੈਣੀ। ਅਗਰ ਉਹ ਨਹੀਂ ਹੈਗਾ, ਸਹੀ ਨਹੀਂ ਹੈਗਾ, ਉੱਥੇ ਕੇਸ ਨੂੰ ਖਤਮ ਕਰ ਦੇ। ਅਗਰ ਉਹ ਸਹੀ ਹੈ ਫਿਰ ਇਹ ਚੀਜ਼ਾਂ ਦੇਖ, ਔਰ ਸਿਰਫ ਹੈਲਥ ਦੇ ਉੱਤੇ, ਏਜ ਦੇ ਉੱਤੇ ਜਾਂ ਫੈਮਿਲੀ ਸਟੇਟਸ ਉੱਤੇ ਫੈਸਲਾ ਨਾ ਕਰ। ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਫੈਸਲਾ ਕਰਨਾ ਹੈ ਕਿ ਇਹ ਬੰਦਾ ਸਾਰੀਆਂ ਚੀਜ਼ਾਂ ਦੇ ਵਿੱਚੋਂ ਕੀ ਹਾਲਾਤ ਨੇ ਇਹਦੇ ਕਿ ਇਹ ਜਾ ਕੇ ਪਬਲਿਕ ਚਾਰਜ ਤੇ ਨਹੀਂ ਬਣੇਗਾ। ਇਹ ਵੇ ਮੇਨ ਚੀਜ਼। ਹੁਣ ਪਹਿਲੇ ਇਹਦੇ ਉੱਤੇ ਇੰਨੀ ਸਖਤੀ ਨਹੀਂ ਹੋ ਰਹੀ ਸੀ, ਹੁਣ ਸਖਤੀ ਜ਼ਿਆਦਾ ਹੋ ਰਹੀ ਹੈ। ਅਸੀਂ ਅਜੇ ਤੱਕ ਆਮਦਨੀ 'ਚ ਹੀ ਬੈਠੇ ਹਾਂ। ਆਮਦਨੀ ਨੂੰ ਤਾਂ ਦੇਖਣਾ ਹੀ ਦੇਖਣਾ ਹੈ, ਨਾਲ ਇਹ ਚੀਜ਼ਾਂ ਨੂੰ ਵੀ ਦੇਖਣਾ। ਤਾਂ ਉਹ ਤੁਹਾਨੂੰ ਕਹਿੰਦਾ ਕਿ I-864 ਤੇਰਾ ਮੈਂ ਤੇਰਾ ਰਿਫਿਊਜ਼ ਕਰ ਰਿਹਾ ਵਾਂ, ਤੇਰਾ ਤੂੰ ਪਬਲਿਕ ਚਾਰਜ ਬਣਨਾ ਹੈ। ਜੇ ਤੂੰ ਸਮਝਦਾ ਤੇਰੀ ਸਿਚੁਏਸ਼ਨ ਚੇਂਜ ਹੋ ਗਈ ਹੈ ਤੇ ਤੂੰ ਦੁਬਾਰਾ ਸਾਨੂੰ I-864 ਜਾਂ ਐਫੀਡੇਵਿਟ ਆਫ ਸਪੋਰਟ ਜਮ੍ਹਾਂ ਕਰਵਾ। ਇਹ ਮੇਨ ਵਜ੍ਹਾ ਹੈ।
ਹੁਣ ਦੋਸਤੋ ਇਹਦੇ ਨਾਲ ਤੁਸੀਂ ਤੁਹਾਡਾ ਮੇਨ ਅਗਲੀ ਗੱਲ ਕੀ ਹੈ ਹੋਵੇ ਪਾਜ਼ ਕਿਉਂ ਲੱਗਾ ਸੀ ਪਬਲਿਕ ਚਾਰਜ ਕਿ ਵੀ ਪਬਲਿਕ ਚਾਰਜ ਆ ਮੁਲਕ ਲੈ ਰਹੇ ਨੇ ਇਹਨਾਂ ਦੇ ਉੱਤੇ ਪਾਜ਼ ਲਾ ਦਿਓ। ਹੁਣ ਪਾਜ਼ ਲਾ ਕੇ ਕੀ ਕਰ ਰਹੇ ਨੇ ਆਪਣਾ ਘਰ ਸਿੱਧਾ ਕਰ ਰਹੇ ਨੇ ਕਿ ਵੀ ਇਹਨਾਂ ਨੂੰ ਅਸੀਂ ਹੁਣ ਫਿਲਟਰ 'ਚੋਂ ਲੰਘਾ ਕੇ ਫਿਰ ਲੈ ਕੇ ਜਾਣਾ। ਜਦੋਂ ਅਸੀਂ ਦੇਖਾਂਗੇ ਕਿ ਵੀ ਇਹ ਫਿਲਟਰ 'ਚੋਂ ਲੰਘ ਰਹੇ ਨੇ ਔਰ ਸਹੀ ਕੰਮ ਹੋ ਰਿਹਾ ਤੇ ਫਿਰ ਅਸੀਂ ਪਾਸ ਖੋਲ ਦਿਆਂਗੇ। ਤੇ ਦੋਸਤੋ ਜਦੋਂ ਰੋਜ਼ਾਨਾ ਕੇਸ ਜਾਣਗੇ ਤੇ ਫਿਰ ਪਾਸ ਖੁੱਲਣ ਦੇ ਚਾਂਸ ਤੇ ਉਨੇ ਦੂਰ ਹੁੰਦੇ ਜਾਣਗੇ ਨਾ। ਉਹ ਠੀਕ ਹੈ ਕੋਰਟ ਖੋਲ ਦੇਵੇ ਅਲੱਗ ਗੱਲ ਹੈ, ਕੋਰਟ ਅਲੱਗ ਸਬਜੈਕਟ ਹੈ, ਲੇਕਿਨ ਜੋ ਸਿਸਟਮ ਮੇਕਰ ਰੋਜ਼ਾਨਾ ਸਾਡੇ ਕੇ ਹੁਣ ਮੈਂ ਇੱਕ ਛੋਟਾ ਜਿਹਾ ਬੰਦਾ ਮੇਰੇ ਕੋਲੋਂ ਕੇਸ ਆ ਰਹੇ ਨੇ ਤੇ ਜਿਹੜੇ ਦੂਸਰੇ ਲੋਕ ਨੇ ਵੱਡੇ ਲੋਕ ਨੇ ਉਹਨਾਂ ਕੋਲ ਕਿੰਨੇ ਕੇਸ ਜਾਂਦੇ ਹੋਣਗੇ ਔਰ ਦੂਸਰੀ ਗੱਲ ਹੈ ਕਿ ਟੋਟਲ ਕਿੰਨੇ ਕੇਸ ਹੁੰਦੇ ਹੋਣਗੇ ਸਾਡੇ ਕੋਲ ਤਾਂ ਕੋਈ ਰਿਕਾਰਡ ਨਹੀਂ ਹੈਗਾ। ਇਸ ਵਾਸਤੇ ਇਸ ਚੀਜ਼ ਨੂੰ ਉਹਨਾਂ ਨੇ ਸਿੱਧਾ ਕਰਨ ਵਾਸਤੇ ਸਾਰਾ ਪਾਜ਼ ਲਾਇਆ ਹੈ। ਹੁਣ ਜਿੰਨੀ ਦੇਰ ਤੱਕ ਇਹ ਸਿੱਧਾ ਨਹੀਂ ਹੋਣਾ ਉਨੀ ਦੇਰ ਤੱਕ ਪਾਜ਼ ਨੇ ਅੱਗੇ ਦਾ ਅੱਗੇ ਜਾਈ ਜਾਣਾ। ਔਰ ਇਸ ਵਜ੍ਹਾ ਨਾਲ ਤੁਸੀਂ ਦੇਖੋ ਕਿ ਇਸ ਵਜ੍ਹਾ ਦੇ ਨਾਲ ਵੀਜ਼ਾ ਰਿਫਿਊਜ਼ਲ ਦੇ ਉੱਤੇ ਬੜੀ ਸਪੀਡ ਵੀ ਆਈ ਹੈ, ਬਹੁਤ ਤੇਜ਼ੀ ਨਾਲ ਵੀਜ਼ੇ ਰਿਫਿਊਜ਼ ਹੋ ਰਹੇ ਨੇ। ਤੇ ਇਹਦੇ ਉੱਤੇ ਹੁਣ ਤੁਸੀਂ ਕੰਮ ਕਰਨਾ ਹੈ ਕਿ ਵੀ ਇਹ ਕੀ ਸੂਰਤ ਹਾਲ ਹੈ, ਇਹਨੂੰ ਕਿਸ ਨਾਲ ਅਸੀਂ ਕਰਨਾ ਹੈ। ਔਰ ਇੱਕ ਬੜੀ ਇੰਪੋਰਟੈਂਟ ਗੱਲ ਕਿ ਜਿਹੜਾ ਤੁਸੀਂ ਇਨਕਮ ਮੰਗਵਾਉਂਦੇ ਹੋ ਨਾ ਆਪਣਾ ਸਪਾਂਸਰ ਕੋਲੋਂ, ਉਹਦੇ ਵਿੱਚ ਵੀ ਇੱਕ ਮੈਂ ਇੰਪੋਰਟੈਂਟ ਗੱਲ ਭੁੱਲ ਗਿਆ। ਉਹਨਾਂ ਨੂੰ ਦੇਖਦੇ ਨੇ ਕਿ ਬਈ ਇਹਦੀ ਜਿਹੜੀ ਇਨਕਮ ਹੈ ਮੁਸਤਕਿਲ ਹੈ, ਹਰ ਸਾਲ ਇੰਨੀ ਇਨਕਮ ਹੀ ਹੁੰਦੀ ਹੈ, ਇਸ ਤੋਂ ਜ਼ਿਆਦਾ ਉੱਤੇ ਥੱਲੇ ਹੁੰਦੀ ਕੋਈ ਇਹ ਤਾਂ ਨਹੀਂ ਕਿ ਪਿਛਲੇ ਸਾਲ 30,000 ਸੀ ਤੇ ਐਤਕੀ ਇਕੱਠੀ 1.5 ਲੱਖ ਹੋ ਗਈ ਹੈ। ਇਸ ਚੀਜ਼ ਨੂੰ ਵੀ ਦੇਖਦੇ ਨੇ। ਇਹਦੀ ਸੋਰਸ ਆਫ ਇਨਕਮ ਜਿਹੜਾ ਹੈ ਉਹ ਐਸਾ ਹੈ ਕਿ ਮੁਸਤਕਿਲ ਚੱਲਣ ਵਾਲਾ। ਇਹ ਤਾਂ ਨਹੀਂ ਕਿ ਕੋਈ ਐਸਾ ਕੰਮ ਕਰਦਾ ਜਾਂ ਐਸੀ ਬਿਜ਼ਨਸ ਜਾਂ ਜੌਬ ਕਰਦਾ ਕਿ ਜਿਹਦਾ ਕੋਈ ਪਤਾ ਨਹੀਂ ਕਿਸੇ ਟਾਈਮ ਹੀ ਖਤਮ ਹੋ ਜਾਵੇ। ਇਹ ਚੀਜ਼ਾਂ ਨੂੰ ਵੀ ਦੇਖਦੇ ਨੇ। ਇਹ ਹੁਣ ਤੁਸੀਂ ਆਪਣਾ ਕੇਸ ਤਿਆਰ ਕਰਨ ਵਾਸਤੇ ਇਹ ਸਾਰੀਆਂ ਚੀਜ਼ਾਂ ਨੂੰ ਵੀ ਜ਼ੇਨ 'ਚ ਰੱਖਣਾ ਜੇ। ਇਹ ਗਾਈਡਲਾਈਨ ਨੇ ਸਟੇਟ ਡਿਪਾਰਟਮੈਂਟ ਦੀਆਂ, ਇਹ ਕੋਈ ਬੋਬੀ ਡੋਬੀ ਨੇ ਆਪਣੇ ਕੋਲੋਂ ਨਹੀਂ ਬਣਾਈਆਂ ਹੋਈਆਂ, ਸਟੇਟ ਡਿਪਾਰਟਮੈਂਟ ਨੇ ਉਹਨਾਂ ਨੂੰ ਬਣਾ ਕੇ ਦਿੱਤੀਆਂ ਹੋਈਆਂ ਨੇ। ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ। ਥੈਂਕ ਯੂ ਸੋ ਮਚ।